ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 30ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗੁਆਰ ਰੇਰੀ ਮਹੱਲਾ ਤੀਜਾ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਸੇ ਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੇ ਸਵੇ ਨ ਕੋਈ। ਪੂਰੇ ਗੁਰ ਤੇ ਬੂਝੇ ਜਨ ਕੋਈ ਰਹਾਓ, ਸੰਤ ਅਨਾੜੀ ਕਦੇ ਨ ਬੂਝੇ। ਕਥਨੀ ਕਰੇ ਤਾਂ ਮਾਇਆ ਨਾ ਲੂਝੇ, ਅੰਧ ਅਗਿਆਨੀ ਕਦੇ ਨ ਸੀਝੇ। ਇਸ ਜਗ ਮੇਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਆਪ ਤਰੇ ਸਗਲੇ ਕੁਲ ਉਦਾਰਾ, ਇਸ ਕਲ युग में करम धर्म न कोई। कली का जन्म चंडाल के घर होई, नानक नाम बिना को मुक्त न होई। इस कल युग में करम धर्म न कोई, कली का जन्म चंडाल के घर होई। नानक नाम बिना को मुक्त न होई। इस शब्द ਵਿੱਚ ਗੁਰੂ ਜੀ ਦੱਸਦੇ ਹਨ ਕਿ ਹੰਕਾਰੀ ਮਨੁੱਖ ਮਾਇਆ ਦੇ ਮੋਹ ਵਿੱਚ, ਵਿਕਾਰਾਂ ਵਿੱਚ ਅਤੇ ਸੰਬੰਧੀਆਂ ਦੇ ਪਿਆਰ ਵਿੱਚ ਸੁੱਤਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਅਨੁਸਾਰੀ ਮਨੁੱਖ ਆਤਮਿਕ ਗੁਣਾਂ ਦੇ ਵਿਚਾਰ ਤੇ ਗੁਰਾਂ ਦੇ ਗਿਆਨ ਦੇ ਵਿਚਾਰ ਵਿੱਚ ਜਾਗਿਆ ਹੈ ਜੀ। ਅਤੇ ਅਸਲ ਵਿੱਚ ਉਹ ਜਨ ਜਾਗੇ ਹਨ ਜੀ ਜਿਹੜੇ ਗੁਰਸ਼ਬਦ ਗੁਰਬਾਣੀ ਨਾਮ ਦੇ ਪਿਆਰ ਵਾਲੇ ਹਨ ਜੀ। ਭਾਵ ਜਿਨ੍ਹਾਂ ਨੇ ਗੁਰਮਤਿ ਨੂੰ ਅਪਣਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਸਹਿਜ ਗਿਆਨ ਵਾਲੀ ਅਵਸਥਾ ਵਿੱਚ ਜਾਗਦਾ ਹੈ ਜੀ, ਉਹ ਭਾਵੇਂ ਕੋਈ ਹੋਵੇ ਉਹ ਸੌਂਦਾ ਨਹੀਂ ਜੀ। ਭਾਵ ਵਿਕਾਰਾਂ ਵਿੱਚ ਨਹੀਂ ਪੈਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਹ ਗੱਲ ਕੋਈ ਵਿਰਲਾ ਜਨ ਪੂਰੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਹੀ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਖੋਟਾ ਪੁਰਸ਼ ਬੁੱਧਹੀਨ ਹੈ, ਵਿਕਾਰਾਂ ਵਾਲਾ ਹੈ ਅਤੇ ਉਹਨਾਂ 'ਚ ਫਸਿਆ ਹੋਇਆ ਹੈ, ਉਹ ਕਦੇ ਵੀ ਇਸ ਭੇਦ ਨੂੰ ਨਹੀਂ ਬੁੱਝ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਿਰਫ ਨਿਰੀ ਕਥਨੀ ਹੀ ਕਰਦਾ ਹੈ ਜੀ ਅਤੇ ਮਾਇਆ ਅਤੇ ਵਿਕਾਰਾਂ ਨਾਲ ਲੱਗ ਕੇ ਝਗੜੇ ਵਿੱਚ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅੰਨਾ ਗਿਆਨੀ ਪੁਰਸ਼ ਕਦੇ ਵੀ ਜੀਵਨ ਖੇਡ ਵਿੱਚ ਸਫਲ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਯੁੱਗ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੀ ਪਾਰ ਉਤਾਰਾ ਹੋ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਗੁਰਬਾਣੀ ਦੁਆਰਾ ਜੋ ਵਿਚਾਰਧਾਰਾ ਹੈ ਜੀ, ਉਸ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਜਿਹਾ ਜਗਿਆਸੂ ਆਪ ਭਵ ਸਾਗਰ ਤੋਂ ਤਰ ਜਾਂਦਾ ਹੈ ਜੀ ਅਤੇ ਆਪਣੇ ਸਾਰੇ ਕੁਲ ਖਾਨਦਾਨ ਨੂੰ ਵੀ ਤਾਰ ਲੈਂਦਾ ਹੈ ਜੀ। ਭਾਵ ਉਹ ਫਿਰ ਆਪਣੇ ਸਾਖ ਸੰਬੰਧੀ ਮਿੱਤਰਾਂ ਨੂੰ ਵੀ ਉਹਨਾਂ ਉਸ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨ ਦੀ ਬਾਰੇ ਦੱਸਦਾ ਹੈ ਜੀ ਅਤੇ ਉਹਨਾਂ ਨੂੰ ਵੀ ਉਸ ਨਾਲ ਲਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਭਾਈ, ਇਸ ਕਲਯੁਗ ਵਿੱਚ ਕੋਈ ਕਰਮ ਧਰਮ ਕਾਰਗਾਰ ਸਾਬਤ ਨਹੀਂ ਹੋ ਰਿਹਾ ਜੀ, ਕਿਉਂਕਿ ਕਲਯੁਗ ਦਾ ਜਨਮ ਚੰਡਾਲ ਭਾਵ ਨੀਚ ਦੇ ਘਰ ਵਿੱਚ ਹੋਇਆ ਹੈ ਜੀ। ਭਾਵ ਕਲਯੁਗ ਦਾ ਮਤਲਬ ਇੱਥੇ ਹੈ ਕਿ ਮਾੜੇ ਸੁਭਾਅ ਵਾਲਾ, ਵਿਕਾਰਾਂ ਵਾਲਾ
ਅਤੇ ਉਹਦੇ ਵਿਕਾਰ ਜਨਮ ਵਿੱਚ ਵੀ ਵਿਕਾਰਾਂ ਵਾਲੇ ਘਰ ਹੀ ਹੋਇਆ ਹੈ ਜੀ। ਭਾਵ ਆਪਣੇ ਅੰਦਰ ਉਸਨੇ ਵਿਕਾਰ ਹੀ ਪਾਲੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਕਲਯੁਗ ਵਿੱਚ ਗੁਰਸ਼ਬਦ ਗੁਰਬਾਣੀ ਤੋਂ ਬਿਨਾਂ ਕੋਈ ਪ੍ਰਾਣੀ ਵੀ ਮੁਕਤ ਨਹੀਂ ਹੋ ਸਕਦਾ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਅਸਲੀ ਸੌਣ ਤੇ ਜਾਗਣ ਦੀ ਵਿਆਖਿਆ ਵਰਣਨ ਦੱਸਦੇ ਹਨ ਜੀ। ਭਾਵ ਅਸਲੀ ਸੌਣਾ ਤੇ ਜਾਗਣਾ। ਅਸਲੀ ਸੌਣਾ ਭਾਵ ਕਿ ਵਿਕਾਰਾਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਨੀ ਅਤੇ ਗੁਰਸ਼ਬਦ ਗੁਰਬਾਣੀ ਦੇ ਨਾਲ ਜੁੜਨਾ, ਉਹ ਗੁਰਮਤਿ ਦੀ ਜ਼ਿੰਦਗੀ ਜਿਉਣੀ, ਉਹ ਜਾਗਣਾ ਹੈ ਜੀ। ਉਸ ਚੀਜ਼ ਦਾ ਵਰਣਨ ਕੀਤਾ ਹੈ ਜੀ ਤੇ ਉਸ ਦੀ ਮਹੱਤਤਾ ਦੱਸੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਦੇ ਮੋਹ ਅਤੇ ਵਿਕਾਰਾਂ ਵਿੱਚ ਪਿਆਰ ਕਰਨ ਵਾਲੇ ਮਨੁੱਖ ਸਦਾ ਅਗਿਆਨਤਾ ਅਤੇ ਹੰਕਾਰ ਦੀ ਨੀਂਦ ਵਿੱਚ ਸੁੱਤੇ ਹੋਏ ਹਨ ਜੀ। ਭਾਵ ਉਹ ਆਪਣੇ ਹੰਕਾਰ ਤੇ ਵਿਕਾਰਾਂ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦ ਕਿ ਦੂਸਰੇ ਪਾਸੇ ਗੁਰਸ਼ਬਦ ਗੁਰਬਾਣੀ ਨਾਮ ਦੇ ਪਿਆਰ ਵਿੱਚ ਲੀਨ ਹੋਏ ਗੁਰਮੁਖ ਸਦਾ ਜਾਗ ਰਹੇ ਹਨ ਜੀ। ਭਾਵ ਉਹਨਾਂ ਦਾ ਤਨ ਮਨ ਧਨ ਹਰ ਵੇਲੇ, ਭਾਵ ਸੁੱਖ ਦੁੱਖ ਵਿੱਚ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣਾ ਦਿਨ ਰਾਤ ਔਰ ਜ਼ਿੰਦਗੀ ਜੀਵਨ ਬਤੀਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਕਹਿੰਦੇ ਹਨ, ਗੁਰਮੁਖ ਜਾਗ ਰਹੇ ਚੂਕੀ ਭਵਾਨੀ ਰਾਮ। ਗੁਰੂ ਦੇ ਗਿਆਨ ਅਥਵਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲਿਵਲੀਨ ਰਹਿਣਾ ਹੀ ਇਹ ਜਾਗਣਾ ਹੈ ਜੀ। ਫਿਰ ਗੁਰੂ ਜੀ ਇਹਨਾਂ ਪੰਕਤੀਆਂ 'ਚ ਦੱਸਦੇ ਹਨ, ਉਹ ਜਗਤ ਰਹੇ ਨਾ ਸੂਤੇ ਦਿਸੇ, ਸੰਗਤ ਕੁਲ ਤਾਰੇ ਸਾਚ ਪਰੀਸੇ। ਕਲਯੁਗ ਵਿੱਚ ਅਜਿਹੇ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਵਾਲੇ ਵਿਚਾਰ ਅਸੰਤ ਤੇ ਅਨਾੜੀ ਲੋਕ ਆਪਣੇ ਪੱਲੇ ਨਹੀਂ ਬੰਦੇ ਜੀ। ਭਾਵ ਉਹ ਆਪਣੇ ਮਾੜੇ ਸੁਭਾਅ ਕਾਰਨ, ਵਿਕਾਰਾਂ ਕਾਰਨ ਉਸ ਵਿੱਚ ਨੇ ਉਸ ਗੁਰਸ਼ਬਦ ਨੂੰ, ਗੁਰਮਤਿ ਦੀ ਜ਼ਿੰਦਗੀ ਨੂੰ ਨਹੀਂ ਅਪਣਾਉਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਮਾਇਆ ਅਤੇ ਵਿਕਾਰਾਂ ਦੀ ਖਾਤਰ ਗੱਲਾਂ ਨਾਲ ਹੀ ਇੱਕ ਦੂਜੇ ਦਾ ਘਰ ਪੂਰਾ ਨਹੀਂ ਕਰਦੇ, ਸਗੋਂ ਭ੍ਰਿਸ਼ਟਾਚਾਰ ਵੀ ਵਧਾਉਂਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸ਼ਬਦ ਦੇ ਤੀਜੇ ਤੇ ਚੌਥੇ ਅੰਕ ਵਿੱਚ ਕਲਯੁਗ ਦਾ ਜਨਮ ਚੰਡਾਲ ਦੇ ਘਰ ਹੋਣਾ ਦੱਸਿਆ ਹੈ ਜੀ। ਕਾਮ ਕ੍ਰੋਧ ਤਨ ਵਸੇ ਚੰਡਾਲ ਤੋਂ ਵੀ ਇਹ ਸਪਸ਼ਟ ਹੋ ਜਾਂਦਾ ਹੈ ਜੀ ਕਿ ਕਿਸੇ ਦੇ ਕਰਮ ਧਰਮ ਨੂੰ ਸੁੱਖ ਸ਼ਾਂਤੀ ਨਾਲ ਸਮਾਪਤ ਨਹੀਂ ਹੋਣ ਦਿੰਦਾ ਅਤੇ ਰੰਗ ਵਿੱਚ ਭੰਗ ਪਾਉਣਾ ਇਸ ਦਾ ਮੁੱਖ ਕਰਤੱਵ ਹੁੰਦਾ ਹੈ ਜੀ। ਭਾਵ ਕਈ ਮਨਮੁੱਖ ਆਪਣੇ ਮਾੜੇ ਸੁਭਾਅ ਅਤੇ ਹੰਕਾਰ ਵਿੱਚ ਦੂਸਰਿਆਂ ਨੂੰ ਵੀ, ਉਹਨਾਂ ਦੇ ਗੁਰਮੁਖਾਂ ਨੂੰ ਵੀ ਤੰਗ ਕਰਦੇ ਹਨ ਜੀ ਅਤੇ ਉਹਨਾਂ ਦੀ ਭਗਤੀ ਵਿੱਚ ਭੰਗ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਾਠ ਕਰਦਿਆਂ, ਗੁਰਸ਼ਬਦ ਗੁਰਬਾਣੀ ਨਾਮ ਸਿਮਰਦਿਆਂ, ਸੌਂਦਿਆਂ ਜਾਗਦਿਆਂ, ਸਤ ਸੰਗਤ ਵਿੱਚ ਪ੍ਰਸ਼ਾਦ ਸਮੇਂ ਇਹ ਕਲੰਦਰ ਦਾ ਰੂਪ ਬਣ ਕੇ ਆਪਣੇ ਪੈਰੇ 'ਤੇ ਆ ਖੜਾਉਂਦਾ ਹੈ ਜੀ।
ਫਿਰ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ, ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣ। ਇਹ ਅੰਤ ਵਿੱਚ ਸਿਧਾਂਤ ਇਹ ਹੈ ਕਿ ਕਲਯੁਗ ਵਿੱਚ ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਤੋਂ ਬਿਨਾਂ ਹੋਰ ਕਿਸੇ ਸਾਧਨ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜੀ। ਭਾਵ ਗੁਰਮਤਿ ਦੀ ਜ਼ਿੰਦਗੀ ਤੋਂ ਬਿਨਾਂ ਉਸ ਕਰਤੇ ਪੁਰਖ ਦੀ ਖੇਡ ਸਮਝ ਨਹੀਂ ਆ ਸਕਦੀ ਜੀ, ਅਤੇ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ ਜੀ। ਅੱਜ ਦਾ ਵਿਚਾਰ ਕਰਦਿਆਂ ਹੋਇਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।